The gentleman sitting by my side may not be able to get anything out of this, but then my main argument in this paper is that the diasporic conditions in East Africa, the one that I have chosen to speak on, are distinctively different than what we have been hearing about Western countries. So I don't have much to theorize because I don't feel that I am competent enough to say something as theory, but then some basic material I am trying to present in a manner that you can theorize the things. मैं पहली बार 2005 ਵਿੱਚ ਕੀਨੀਆ ਗਿਆ ਸੀ। ਜਦੋਂ ਮੱਖਣ ਸਿੰਘ ਅਤੇ ਉਸਦੀ ਕੀਨੀਆਈ ਲੋਕਾਂ ਨੂੰ ਦੇਣ ਦਾ ਪਤਾ ਲੱਗਾ ਤਾਂ ਮੈਂ ਸ਼ਖਸ ਬਾਰੇ ਵਧੇਰੇ ਜਾਣਨ ਵਾਸਤੇ ਬੇਬਸ ਸਾਂ। ਉਸ ਉੱਪਰ ਲਿਖੀ ਜ਼ਰੀਨਾ ਪਟੇਲ ਦੀ 600 ਪੰਨਿਆਂ ਦੀ ਕਿਤਾਬ ਨੂੰ ਘੋਖਿਆ। ਮੱਖਣ ਸਿੰਘ ਦੀਆਂ ਲਿਖੀਆਂ ਲਗਭਗ 60-70 ਕਵਿਤਾਵਾਂ ਪੜ੍ਹੀਆਂ। ਈਸਟ ਅਫਰੀਕਾ ਦੇ ਟ੍ਰੇਡ ਯੂਨੀਅਨ ਦੇ ਇਤਿਹਾਸ ਬਾਰੇ ਉਸ ਦੁਆਰਾ ਲਿਖੀਆਂ 2 ਅੰਗਰੇਜ਼ੀ ਦੀਆਂ ਪੁਸਤਕਾਂ ਦੇਖੀਆਂ ਅਤੇ ਇਹ ਜਾਣਿਆ ਕਿ ਕੀਨੀਆ ਦੇ ਮਜ਼ਦੂਰਾਂ ਦੇ ਹੱਕ ਵਿੱਚ ਅਤੇ ਕਲੋਨੀਅਲ ਹੁਕਮਰਾਨਾਂ ਦੇ ਵਿਰੋਧ ਵਿੱਚ ਵੱਡੀ ਲੜਾਈ ਲੜਨ ਵਾਲਾ ਇਹ ਸ਼ਖਸ 17 ਸਾਲ ਜੇਲ੍ਹਾਂ ਵਿੱਚ ਡੱਕਿਆ ਰਿਹਾ। ਇਹ ਵੀ ਪਤਾ ਲੱਗਾ ਕਿ ਇਹ ਨਜ਼ਰਬੰਦੀ ਕਿਸੇ ਵੀ ਹੋਰ ਈਸਟ ਅਫਰੀਕਨ ਨੇਤਾ ਨਾਲੋਂ ਵੱਡੀ ਸੀ। ਇਹਨਾਂ ਵਿੱਚੋਂ 5 ਸਾਲ ਉਹ ਹਿੰਦੁਸਤਾਨ ਦੀਆਂ ਜੇਲ੍ਹਾਂ ਅਤੇ ਆਪਣੇ ਘਰ ਵਿੱਚ ਜੂਹ ਬੰਦ ਰਿਹਾ। ਪਰ ਜਦ ਮੈਂ ਇਹ ਜਾਣਿਆ ਕਿ ਸਭ ਤੋਂ ਵੱਧ ਕੁਰਬਾਨੀ ਦੇਣ ਵਾਲੇ ਸ਼ਖਸ ਨੂੰ ਆਜ਼ਾਦੀ ਤੋਂ ਬਾਅਦ ਰਤਾ ਮਾਸਾ ਵੀ ਪਛਾਣ ਨਹੀਂ ਦਿੱਤੀ ਗਈ ਤਾਂ ਉਸ ਪ੍ਰਤੀ ਮੇਰੀ ਖਿੱਚ ਹੋਰ ਵੱਧ ਗਈ। ਆਖਰ ਇਸ ਤੱਥ ਦੇ ਸਾਹਮਣੇ ਹੋਇਆ ਕਿ ਅਫਰੀਕਾ ਦੇ ਲੋਕ ਤਾਂ ਉਸ ਨੂੰ ਮੁੰਗੂ ਭਾਵ ਰੱਬ ਕਹਿੰਦੇ ਹਨ, ਪਰ ਉਹ ਆਪਣੇ ਆਪ ਨੂੰ ਕਾਮਰੇਡ ਆਖਦਾ ਸੀ। ਇਹ ਸਮਾਂ ਸੀ ਜਦੋਂ ਮੈਂ ਆਪਣਾ ਨਾਟਕ ਮੁੰਗੂ ਕਾਮਰੇਡ ਲਿਖਣ ਦਾ ਫੈਸਲਾ ਕੀਤਾ। ਨਤੀਜੇ ਵਜੋਂ ਮੈਂ ਦੁਬਾਰਾ ਕੀਨੀਆ ਗਿਆ ਅਤੇ ਉੱਥੋਂ ਦੀਆਂ ਸਮਾਜੀ ਅਤੇ ਰਾਜਸੀ ਹਾਲਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੀਆਂ ਪੁਸਤਕਾਂ ਦਾ ਅਧਿਐਨ ਕੀਤਾ। ਈਸਟ ਅਫਰੀਕਾ ਵਿੱਚ ਭਾਰਤੀ ਪ੍ਰਵਾਸ ਦੀ ਸ਼ੁਰੂਆਤ ਤਾਂ ਬਹੁਤ ਪਹਿਲਾਂ ਹੋ ਗਈ ਸੀ। 1640 ਤੋਂ 1917 ਦੇ ਦਰਮਿਆਨ ਲੱਖਾਂ ਭਾਰਤੀ ਉੱਥੇ ਗਏ, ਪਹਿਲਾਂ ਗੁਲਾਮਾਂ ਦੇ ਰੂਪ ਵਿੱਚ ਅਤੇ ਮਗਰੋਂ ਜਬਰੀ ਮਜ਼ਦੂਰਾਂ ਦੇ ਰੂਪ ਵਿੱਚ। ਪਰ 19ਵੀਂ ਸਦੀ ਵਿੱਚ ਦੁਕਾਨਦਾਰੀ ਅਤੇ ਛੋਟੀਆਂ ਨੌਕਰੀਆਂ ਕਰਨ ਵਾਲੇ ਲੋਕ ਵੀ ਉੱਥੇ ਪਹੁੰਚੇ। ਏਸ਼ੀਆ ਦੇ ਵਪਾਰੀ ਸਦੀਆਂ ਤੋਂ ਕੱਛ ਦੀਆਂ ਪੁਰਾਣੀਆਂ ਬੰਦਰਗਾਹਾਂ ਮਾਂਡਵੀ ਅਤੇ ਪੋਰਬੰਦਰ ਤੋਂ ਪੂਰਬੀ ਅਫਰੀਕਾ ਅਤੇ ਅਰਬ ਦੇਸ਼ਾਂ ਨੂੰ ਕੱਪੜਾ ਭੇਜਦੇ ਸਨ। ਦਾਨਾ ਸੈਦਨਬਰਗ ਆਪਣੀ ਪੁਸਤਕ ਮਰਕੈਂਟਾਈਲ ਐਡਵੈਂਚਰਜ਼ ਵਿੱਚ ਦੱਸਦੀ ਹੈ ਕਿ ਅਸਲ 'ਚ ਭਾਰਤ ਅਤੇ ਪੂਰਬੀ ਅਫਰੀਕਾ ਵਿਚਾਲੇ ਵਪਾਰ ਦੀ ਸ਼ੁਰੂਆਤ ਤਾਂ ਯੂਰਪੀ ਪਾਇਰੇਟਸ ਨੇ 8 ਸਦੀਆਂ ਪਹਿਲਾਂ ਕਰ ਦਿੱਤੀ ਸੀ। ਉਹ ਅਫਰੀਕਾ ਵਿੱਚ ਸੋਨਾ, ਹਾਥੀ ਦੰਦ, ਆਬਨੂਸ, ਗੁਲਾਮ ਅਤੇ ਕਾਲੀ ਮਿਰਚ ਲੈਣ ਜਾਂਦੇ ਸਨ ਅਤੇ ਇਵੇਂ ਹੀ ਹਿੰਦੁਸਤਾਨ ਵਿੱਚੋਂ ਸੰਘਣੀ ਬੁਣਤੀ ਵਾਲੇ ਵਧੀਆ ਕਾਲੀਨ, ਰੇਸ਼ਮੀ ਕੱਪੜਾ, ਖੁਸ਼ਬੂਦਾਰ ਮਸਾਲੇ ਅਤੇ ਬਰੀਕੀ ਨਾਲ ਚਿੱਤੇ ਹੋਏ ਪਿਰਚ ਪਿਆਲੇ ਲੈ ਕੇ ਜਾਂਦੇ ਸਨ। ਪਰ ਅਫਰੀਕਾ ਨਾਲ ਭਾਰਤ ਦਾ ਪਹਿਲਾ ਸਿੱਧਾ ਸੰਬੰਧ ਉਦੋਂ ਸਥਾਪਿਤ ਹੋਇਆ ਜਦੋਂ 1641 ਵਿੱਚ ਗੋਰਿਆਂ ਨੇ ਭਾਰਤੀ ਗੁਲਾਮਾਂ ਨੂੰ ਆਬਨੂਸ ਦੀ ਲੱਕੜ ਕੱਟਣ ਅਤੇ ਢੋਣ ਵਾਸਤੇ ਮੌਰੀਸ਼ਸ ਪਹੁੰਚਾਇਆ। ਉਹਨਾਂ ਲਈ ਇਹ ਸਸਤਾ ਸੌਦਾ ਸੀ। 1750 ਵਿੱਚ ਜਰਮਨਾਂ ਅਤੇ ਫਿਰ ਫਰਾਂਸੀਸੀਆਂ ਨੇ ਵੀ ਇਹੀ ਕੰਮ ਕੀਤਾ। ਉਹਨਾਂ ਨੇ ਆਪਣੇ ਗੁਲਾਮ ਕੇਰਲਾ ਤੋਂ ਖਰੀਦੇ। 19ਵੀਂ ਸਦੀ ਵਿੱਚ ਭਾਰਤੀ ਗੁਲਾਮਾਂ ਦਾ ਵਪਾਰ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਲਿਆਂਦਾ ਗਿਆ। ਇਸ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਜ਼ੰਜ਼ੀਬਾਰ ਦੇ ਬਹੁਤ ਸਾਰੇ ਅਮੀਰ ਵਪਾਰੀ ਖੁਦ ਭਾਰਤੀ ਸਨ ਕਿਉਂਕਿ ਉਹ ਆਪ ਗੁਲਾਮਾਂ ਦੇ ਵਪਾਰ ਵਿੱਚ ਸ਼ਾਮਿਲ ਸਨ। ਓਮਾਨੀ ਅਰਬਾਂ ਨਾਲੋਂ ਭਾਰਤੀਆਂ ਦੀ ਪੂਰਬੀ ਅਫਰੀਕਾ ਦੇ ਵਪਾਰ ਉੱਤੇ ਜ਼ਿਆਦਾ ਪਕੜ ਸੀ ਉਸ ਸਮੇਂ। ਫਿਰ ਇੰਗਲੈਂਡ ਵਿੱਚ ਗੁਲਾਮਾਂ ਦੀ ਖਰੀਦੋ ਫਰੋਖਤ ਦੇ ਖਿਲਾਫ ਕਾਨੂੰਨ ਪਾਸ ਹੋ ਗਿਆ। ਉਸ ਤੋਂ ਬਾਅਦ ਜਬਰੀ ਮਜ਼ਦੂਰੀ ਦਾ ਸਿਲਸਿਲਾ ਸ਼ੁਰੂ ਹੋਇਆ। 19ਵੀਂ ਸਦੀ ਦੇ ਅੰਤ ਵਿੱਚ ਅੰਗਰੇਜ਼ ਲਗਭਗ 32,000 ਭਾਰਤੀਆਂ ਨੂੰ ਪੂਰਬੀ ਅਫਰੀਕਾ ਵਿੱਚ ਮੋਬਾਸਾ ਤੋਂ ਕਿਸਮੂ ਤੱਕ ਦੀ ਰੇਲ ਵਿਛਾਉਣ ਲਈ ਲੈ ਕੇ ਗਏ। ਇਹਨਾਂ ਵਿੱਚੋਂ ਬਹੁਤੇ ਪੰਜਾਬ ਦੇ ਕਾਰੀਗਰ ਅਤੇ ਦੂਜੇ ਮਜ਼ਦੂਰ ਸਨ। ਪੁਰਤਗਾਲੀ ਵੀ ਮੋਬਾਸਾ ਦੇ ਕਿਲੇ ਫੋਰਟ ਜੀਸਸ ਨੂੰ ਬਣਾਉਣ ਲਈ ਆਪਣੀ ਬਸਤੀ ਗੋਆ ਦੇ ਮਜ਼ਦੂਰਾਂ ਨੂੰ 16ਵੀਂ ਸਦੀ ਵਿੱਚ ਲੈ ਕੇ ਗਏ ਸਨ। ਪਰ ਫਰੰਗੀ ਜਿਹਨਾਂ ਮਜ਼ਦੂਰਾਂ ਨੂੰ ਲੈ ਕੇ ਗਏ ਉਹਨਾਂ ਨੇ ਲਗਭਗ 620 ਮੀਲ ਲੰਬੀ ਰੇਲਵੇ ਲਾਈਨ ਨੂੰ ਬਣਾਉਣਾ ਸੀ ਜਿਸ ਵਿੱਚ ਸਾਵੋ ਦੇ ਸੰਘਣੇ ਅਤੇ ਡਰਾਉਣੇ ਜੰਗਲ ਸ਼ਾਮਲ ਸਨ। ਇਹਨਾਂ ਜੰਗਲਾਂ ਦੇ ਸ਼ੇਰਾਂ ਚੀਤਿਆਂ ਨੇ ਅਨੇਕਾਂ ਹਿੰਦੁਸਤਾਨੀਆਂ ਨੂੰ, ਅਨੇਕਾਂ ਇਨਸਾਨਾਂ ਨੂੰ ਆਪਣੀ ਖੁਰਾਕ ਬਣਾਇਆ, ਜਿਸ ਦਾ ਜ਼ਿਕਰ ਪ੍ਰਸਿੱਧ ਫਿਲਮ ਮੈਨ ਈਟਰਸ ਆਫ ਸਾਵੋ ਵਿੱਚ ਬੜੀ ਕਲਾਤਮਕਤਾ ਨਾਲ ਕੀਤਾ ਗਿਆ ਹੈ। ਇਹ ਫਿਲਮ ਜਾਨ ਹੈਨਰੀ ਪੈਟਰਸਨ ਦੇ ਨਿੱਜੀ ਤਜਰਬਿਆਂ ਉੱਤੇ ਆਧਾਰਿਤ ਹੈ, ਜਿਸ ਨੇ 2 ਸ਼ੇਰਾਂ ਨੂੰ ਖੁਦ ਵੀ ਮਾਰਿਆ ਸੀ। ਰਾਬਰਟ ਹਾਰਡੀ ਨੇ ਠੀਕ ਹੀ ਇਸ ਲਾਈਨ ਨੂੰ ਲੋਹੇ ਦਾ ਸੱਪ ਕਿਹਾ ਹੈ। ਇਸ ਰੇਲਵੇ ਲਾਈਨ ਦੇ 2500 ਜਾਨਾਂ ਲਈਆਂ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਸ਼ਾਮਲ ਸਨ। ਜਦੋਂ 1899 ਵਿੱਚ ਯੁਗੰਡਾ ਰੇਲਵੇ ਲਾਈਨ ਨੈਰੋਬੀ ਪਹੁੰਚੀ ਤਾਂ ਅਸਲ ਵਿੱਚ ਉਦੋਂ ਨੈਰੋਬੀ ਵਸਣਾ ਸ਼ੁਰੂ ਹੋਇਆ ਸੀ। ਇਸ ਸ਼ਹਿਰ ਦੀ ਉਸਾਰੀ ਦਾ ਬਹੁਤ ਸਾਰਾ ਅਤੇ ਵਪਾਰ ਦਾ ਕੁਝ ਕੰਮ ਪੰਜਾਬੀਆਂ ਦੇ ਹੱਥਾਂ ਵਿੱਚ ਸੀ। ਮਿਸਾਲ ਦੇ ਤੌਰ 'ਤੇ ਨੈਰੋਬੀ ਦੀਆਂ ਸਭ ਤੋਂ ਪਹਿਲੀਆਂ ਸਟਰੀਟ ਲਾਈਟਾਂ ਲਾਉਣ ਦਾ ਠੇਕਾ ਬਦਰੁਦੀਨ ਨਾਂ ਦੇ ਇੱਕ ਪੰਜਾਬੀ ਨੂੰ ਮਿਲਿਆ ਸੀ। ਉਸਨੇ ਪਹਿਲੀਆਂ ਉਹਨਾਂ 19 ਲਾਈਟਾਂ ਦਾ ਪ੍ਰਬੰਧ ਕੀਤਾ ਜਿਸ ਨੂੰ ਸਾਰੀ ਰਾਤ ਤੇਲ ਨਾਲ ਬਲਦਿਆਂ ਰੱਖਣਾ ਸੀ।
ਨਵੇਂ ਉਸਰ ਰਹੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਨੂੰ ਸਾਫ਼ ਕਰਨ ਦਾ ਕੰਮ ਵੀ ਉਸੇ ਕੋਲ ਸੀ। ਇਸੇ ਤਰ੍ਹਾਂ ਨੌਰੀਆ ਰਾਮ ਸੋਫੇ ਬਣਾਉਣ ਦਾ ਕੰਮ ਕਰਦਾ ਸੀ। ਉਸਦਾ ਪੁੱਤਰ ਅਮਰਨਾਥ ਮੈਣੀ ਲੰਡਨ ਤੋਂ ਵਕਾਲਤ ਕਰਕੇ ਈਸਟ ਅਫਰੀਕਾ 'ਚ ਵਾਪਸ ਆਇਆ ਤੇ ਉਸਨੇ ਆਪਣੀ ਲਾਅ ਫਰਮ ਸ਼ੁਰੂ ਕੀਤੀ। ਉਹ ਬਾਅਦ ਵਿੱਚ ਕੰਪਾਲਾ ਯੁਗੰਡਾ ਦਾ ਪਹਿਲਾ ਮੇਅਰ ਬਣਿਆ। ਈਸਟ ਅਫਰੀਕਾ ਵਿੱਚ ਦੋ ਤਰ੍ਹਾਂ ਦੇ ਪੰਜਾਬੀ ਸਨ। ਇੱਕ ਪਾਸੇ ਵਪਾਰੀ ਜਾਂ ਠੇਕੇਦਾਰ, ਦੂਜੇ ਪਾਸੇ ਮਜ਼ਦੂਰ ਅਤੇ ਦਫ਼ਤਰਾਂ ਦੇ ਛੋਟੇ ਮੁਲਾਜ਼ਮ। ਪਹਿਲੇ ਵਰਗ ਦਾ ਸਭ ਤੋਂ ਪ੍ਰਤੀਨਿਧ ਇਨਸਾਨ ਇੰਦਰ ਸਿੰਘ ਗਿੱਲ ਮੰਨਿਆ ਜਾ ਸਕਦਾ, ਜਿਸ ਨੂੰ ਦਾਨਾ ਸੈਦਨਬਰਗ ਨੇ ਅਫਰੀਕਾ ਵਿੱਚ ਵਸਣ ਵਾਲੇ ਏਸ਼ੀਆ ਦੇ ਸੌਦਾਗਰ ਰਾਜਕੁਮਾਰਾਂ ਵਿੱਚੋਂ ਇੱਕ ਮੰਨਿਆ। ਲੁਧਿਆਣਾ ਵਿੱਚ 1901 'ਚ ਜਨਮੇ ਗਿੱਲ ਨੂੰ 21 ਸਾਲ ਦੀ ਉਮਰ 'ਚ ਯੁਗੰਡਾ ਰੇਲ 'ਚ ਟੈਲੀਗ੍ਰਾਫਿਸਟ ਦੀ ਨੌਕਰੀ ਮਿਲੀ, ਪਰ 40 ਸਾਲਾਂ ਬਾਅਦ ਉਹ ਈਸਟ ਅਫਰੀਕਾ ਦੇ ਹਰ ਘਰ ਵਿੱਚ ਲਿਆ ਜਾਣ ਵਾਲਾ ਨਾਂ ਬਣ ਚੁੱਕਾ ਸੀ। ਉਸ ਕੋਲ ਲਗਭਗ 40,000 ਏਕੜ ਜ਼ਮੀਨ ਸੀ। ਅਨੇਕਾਂ ਆਰਾ ਅਤੇ ਪਲਾਈਵੁੱਡ ਮਿੱਲਾਂ, ਲੱਕੜ ਦੇ ਡੱਬੇ ਆਦਿ ਬਣਾਉਣ ਦੇ ਕਾਰਖਾਨੇ ਸਨ। ਉਸਨੇ ਨੈਰੋਬੀ ਦੀ ਪਹਿਲੀ ਬਹੁ ਮੰਜ਼ਲੀ ਇਮਾਰਤ ਗਿੱਲ ਹਾਊਸ ਦੀ ਉਸਾਰੀ ਕੀਤੀ, ਜਿਹੜੀ ਕਿ ਅੱਜ ਵੀ ਕਾਇਮ ਹੈ। ਸਾਊਥ ਅਫਰੀਕਾ ਦਾ ਇੱਕ ਧਨਾੜ ਗੋਰਾ ਕਿਸੇ ਅਫਰੀਕੀ ਜਾਂ ਏਸ਼ੀਅਨ ਨਾਲ ਗੱਲ ਵੀ ਨਹੀਂ ਸੀ ਕਰਦਾ ਹੁੰਦਾ। ਉਸ ਦੀ ਐਲਡੋਟ ਨਾਂ ਦੇ ਸ਼ਹਿਰ 'ਚ ਕਾਰਾ ਮਿਲ ਸੀ। ਇੰਦਰ ਸਿੰਘ ਗਿੱਲ ਨੇ ਉਸ ਮਿਲ ਨੂੰ ਦੇਖਣਾ ਚਾਹਿਆ ਤਾਂ ਕਿ ਉਹ ਕੁਝ ਸਿੱਖ ਸਕੇ। ਗੋਰੇ ਨੇ ਕਿਹਾ ਕਿ ਉਹ ਕਿਸੇ ਭਾਰਤੀ ਨੂੰ ਆਪਣੀ ਮਿਲ 'ਚ ਜਾਣ ਦੀ ਆਗਿਆ ਨਹੀਂ ਦਿੰਦਾ। ਉਸੇ ਦਿਨ ਸ਼ਾਮ ਤੱਕ ਗਿੱਲ ਨੇ ਉਸੇ ਸ਼ਹਿਰ ਵਿੱਚ ਨਵੀਂ ਮਿਲ ਖਰੀਦ ਲਈ ਸੀ। ਦੂਜੇ ਪਾਸੇ ਮਜ਼ਦੂਰ ਵਰਗ ਸੀ, ਜਿਸ ਕੋਲ ਭਾਰਤ ਵਿੱਚ ਖਾਣ ਵਾਸਤੇ ਰੋਟੀ ਵੀ ਨਹੀਂ ਸੀ। ਮਜ਼ਦੂਰਾਂ ਨੇ ਉੱਥੇ ਜਾ ਕੇ ਮੌਤ ਦੇ ਮੂੰਹ ਵਿੱਚੋਂ ਆਪਣੀਆਂ ਬੁਰਕੀਆਂ ਕੱਢੀਆਂ। ਇੰਦਰ ਸਿੰਘ ਗਿੱਲ ਵੀ ਉਹਨਾਂ ਵਰਗਾ ਹੀ ਸੀ, ਪਰ ਸਾਰਿਆਂ ਦੀ ਕਿਸਮਤ 'ਚ ਇੰਦਰ ਸਿੰਘ ਬਣਨਾ ਨਹੀਂ ਲਿਖਿਆ ਹੁੰਦਾ। ਸਭ ਤੋਂ ਵੱਧ ਵਿਚਾਰਨ ਵਾਲੀ ਗੱਲ ਇਹ ਹੈ ਕਿ ਈਸਟ ਅਫਰੀਕਾ ਦੇ ਇਹ ਮਜ਼ਦੂਰ ਉਹਨਾਂ ਮਜ਼ਦੂਰਾਂ ਤੋਂ ਬਹੁਤ ਜ਼ਿਆਦਾ ਭਿੰਨ ਸਨ, ਜਿਹੜੇ ਵੈਨਕੂਵਰ ਦੇ ਆਰਿਆਂ ਵਿੱਚ ਜਾਂ ਬ੍ਰਿਟਿਸ਼ ਕੋਲੰਬੀਆ ਦੇ ਮੈਦਾਨਾਂ ਵਿੱਚ ਰੇਲਾਂ ਅਤੇ ਸੜਕ ਵਿਛਾਉਣ ਗਏ ਸਨ। ਜ਼ਾਹਰਾ ਤੌਰ 'ਤੇ ਤਾਂ ਦੋਹਾਂ ਮੁਲਕਾਂ 'ਚ ਅੰਗਰੇਜ਼ਾਂ ਦੀ ਹੁਕੂਮਤ ਸੀ, ਪਰ ਧਿਆਨ ਨਾਲ ਦੇਖਿਆ ਕੁਝ ਵੱਡੇ ਅੰਤਰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਦੋਹਾਂ ਥਾਵਾਂ ਦੇ ਪੰਜਾਬੀ ਭਾਰਤੀ ਗੋਰਿਆਂ ਦੇ ਗੁਲਾਮ ਸਨ, ਪਰ ਪੂਰਬੀ ਅਫਰੀਕਾ ਵਿੱਚ ਇਸ ਭੁਲੇਖੇ ਨੂੰ ਪਾਲਿਆ ਜਾ ਸਕਦਾ ਸੀ ਕਿ ਬਾਕੀ ਏਸ਼ੀਅਨਾਂ ਵਾਂਗ ਉਹ ਸਥਾਨਕ ਲੋਕਾਂ ਤੋਂ ਬਿਹਤਰ ਸਨ। ਜਿਸ ਕੰਮ ਦੀ ਸਥਾਨਕ ਲੋਕਾਂ ਨੂੰ ਚਵਾਨੀ ਮਿਲਦੀ ਸੀ, ਏਸ਼ੀਅਨਾਂ ਨੂੰ ਉਸੇ ਦਾ ਰੁਪਇਆ ਮਿਲਦਾ ਸੀ। ਇਹ ਗੱਲ ਵੱਖਰੀ ਹੈ ਕਿ ਯੂਰਪੀਨ ਨੂੰ ਉਸੇ ਕੰਮ ਦੇ 4 ਰੁਪਏ ਦਿੱਤੇ ਜਾਂਦੇ ਸੀ। ਅੰਗਰੇਜ਼ ਦੀ ਇਹੋ ਨੀਤੀ ਸੀ। ਇਸ ਲਈ ਆਮ ਪੰਜਾਬੀ ਨੂੰ ਗੋਰੇ ਚੰਗੇ ਲੱਗਦੇ ਸਨ, ਕਿਉਂਕਿ ਉਸ ਦੀ ਗੋਰੇ ਨੇ ਸਥਾਨਕ ਬੰਦੇ ਨਾਲੋਂ ਵੱਧ ਕੀਮਤ ਪਾਈ ਸੀ। ਪਰ ਕੈਨੇਡਾ ਵਿੱਚ ਅਜਿਹਾ ਨਹੀਂ ਸੀ। ਉੱਥੋਂ ਦਾ ਭਾਰਤੀ ਆਪਣੇ ਆਪ ਨੂੰ ਸਥਾਨਕ ਰੈੱਡ ਇੰਡੀਆ ਨਾਲ ਤੋਲਣ ਦੀ ਬਜਾਏ ਸਿੱਧਾ ਫਰੰਗੀ ਨਾਲ ਤੋਲਦਾ ਸੀ। ਇਸ ਲਈ ਉੱਥੇ ਉਹ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਸੀ। ਸਾਨੂੰ ਇਹ ਪੂਰਬੀ ਅਫਰੀਕਾ ਅਤੇ ਪੱਛਮੀ ਦੇਸ਼ਾਂ 'ਚ ਪੰਜਾਬੀ ਪ੍ਰਵਾਸ ਦਾ ਮੂਲ ਅੰਤਰ ਜਾਪਦਾ ਹੈ। ਪੂਰਬੀ ਅਫਰੀਕਾ ਵਿੱਚ ਆਰਥਿਕ ਹਾਲਤਾਂ ਭਾਰਤ ਨਾਲੋਂ ਕੁਝ ਕੁ ਹੀ ਬਿਹਤਰ ਸਨ, ਪਰ ਮਾਨਸਿਕ ਤਸੱਲੀ ਸੀ ਕਿ ਅਸੀਂ ਕਾਲਿਆਂ ਤੋਂ ਬਿਹਤਰ ਹਾਂ ਅਤੇ ਗੋਰੇ ਸਾਡੇ ਨਾਲ ਰਿਆਇਤ ਕਰਦੇ ਹਨ। ਦੂਜੇ ਪਾਸੇ ਪੱਛਮੀ ਮੁਲਕਾਂ ਵਿੱਚ ਆਰਥਿਕ ਹਾਲਤਾਂ ਭਾਰਤ ਦੀ ਤੁਲਨਾ 'ਚ ਬਹੁਤ ਚੰਗੀਆਂ ਸਨ, ਪਰ ਮਾਨਸਿਕ ਤੌਰ 'ਤੇ ਕਸ਼ ਸੀ ਕਿ ਕੀ ਇਹੋ ਹੀ ਗੋਰੇ ਹਨ ਜਿਨ੍ਹਾਂ ਨੇ ਮਨੁੱਖੀ ਆਜ਼ਾਦੀ ਅਤੇ ਅਧਿਕਾਰਾਂ ਦੇ ਕਿੰਨੇ ਵੱਖ-ਵੱਖ ਮਾਪਦੰਡ ਰੱਖੇ ਹੋਏ ਹਨ। ਦੋਹਾਂ ਧਰਤੀਆਂ 'ਤੇ ਸਾਂਝੀ ਗੱਲ ਇਹ ਸੀ ਕਿ ਕੁਝ ਸੰਵੇਦਨਸ਼ੀਲ ਲੋਕ ਸਮਝਦੇ ਸਨ ਕਿ ਫਰੰਗੀ ਹਰੇਕ ਥਾਂ 'ਤੇ ਆਪਣਾ ਉੱਲੂ ਸਿੱਧਾ ਕਰ ਰਿਹਾ। ਅਮਰੀਕਾ ਅਤੇ ਕੈਨੇਡਾ ਦੇ ਗਰਮ ਖਿਆਲੀਆਂ ਨੇ ਭਾਰਤ ਵਿੱਚ ਫਰੰਗੀਆਂ ਨੂੰ ਵਿਸਥਾਪਿਤ ਕਰਨ ਲਈ ਗੰਭੀਰ ਯੋਜਨਾਵਾਂ ਬਣਾਈਆਂ। ਜਿੱਥੇ ਅਮਰੀਕਾ ਅਤੇ ਕੈਨੇਡਾ ਵਿੱਚ ਗਦਰ ਪਾਰਟੀ ਦੇ ਯੋਧਿਆਂ ਨੇ ਭਾਰਤ ਦੀ ਆਜ਼ਾਦੀ ਲਈ ਵੱਡੀ ਯੋਜਨਾ ਬਣਾਈ, ਉੱਥੇ ਕੀਨੀਆ ਵਿੱਚ ਵੀ ਇਸ ਖਿਆਲ ਦੇ ਹਾਮੀਆਂ ਨੇ ਆਪਣਾ ਯੋਗਦਾਨ ਪਾਇਆ। ਉੱਪਰ ਦੱਸੇ ਕਾਰਨ ਕਰਕੇ ਪੂਰਬੀ ਅਫਰੀਕਾ ਵਿੱਚੋਂ ਇਸ ਦਿਸ਼ਾ ਵੱਲ ਵਧਣਾ ਬਹੁਤ ਜ਼ਿਆਦਾ ਮਹੱਤਵਪੂਰਨ ਲੱਗਦਾ ਹੈ। ਪੰਜਾਬੀ ਕਵੀ ਅਮਰਜੀਤ ਚੰਦਨ ਨੇ ਆਪਣੇ ਪਿਤਾ ਦੀ ਇੱਕ ਸੰਖੇਪ ਜੀਵਨੀ ਲਿਖੀ ਹੈ। ਉਸ ਤੋਂ ਪਹਿਲਾਂ 3 ਪੰਜਾਬੀ ਉਸ ਵਿੱਚੋਂ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ। ਕੋਟ, ਗੋਪਾਲ ਸਿੰਘ ਗਦਰ ਪਾਰਟੀ ਵਾਸਤੇ ਵਕਤ ਅਤੇ ਪੈਸਾ ਕੱਢਦਾ ਸੀ। ਗੋਪਾਲ ਸਿੰਘ ਚੰਦਨ ਅਮਰਜੀਤ ਚੰਦਨ ਦੇ ਫਾਦਰ ਦਾ ਨਾਮ ਹੈ। ਉਸ ਤੋਂ ਪਹਿਲਾਂ 3 ਪੰਜਾਬੀਆਂ ਬਿਸ਼ਨ ਸਿੰਘ ਗਣੇਸ਼ ਦਾਸ ਅਤੇ ਯੋਗਰਾਜ ਬਾਲੀ ਨੂੰ ਗਦਰ ਪਾਰਟੀ ਦੇ ਅਖਬਾਰ ਗਦਰ ਦੀਆਂ ਕਾਪੀਆਂ ਵੇਚਣ ਅਤੇ ਵੰਡਣ ਦੇ ਦੋਸ਼ ਤਹਿਤ ਦਸੰਬਰ 1915 ਵਿੱਚ ਮੋਬਾਸਾ ਵਿਖੇ ਫਾਹੇ ਲਾਇਆ ਜਾ ਚੁੱਕਾ ਸੀ। ਫਰਵਰੀ 1915 ਵਿੱਚ ਫਰੰਗੀਆਂ ਦਾ ਰਾਜ ਤਖਤ ਉਲਟਾਉਣ ਦੇ ਯਤਨ ਵਿਫਲ ਹੋਣ ਤੋਂ ਬਾਅਦ ਗਦਰ ਪਾਰਟੀ ਨੇ ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ ਅਤੇ ਤੇਜਾ ਸਿੰਘ ਸੁਤੰਤਰ ਦੀਆਂ ਕੋਸ਼ਿਸ਼ਾਂ ਰਾਹੀਂ ਆਪਣੇ ਆਪ ਨੂੰ ਮੁੜ ਕੇ ਖੜਾ ਕਰਨ ਦਾ ਉਪਰਾਲਾ ਕੀਤਾ। 2 ਸੰਸਾਰ ਯੁੱਧਾਂ ਦੇ ਸਮੇਂ ਦੌਰਾਨ ਗਦਰ ਕਿਰਤੀ ਲਹਿਰ ਦੇ ਲੋਕਾਂ ਵਾਸਤੇ ਕੀਨੀਆ ਖੁਫੀਆ ਰਾਹ ਬਣ ਚੁੱਕਾ ਸੀ ਅਤੇ ਗੋਪਾਲ ਸਿੰਘ ਬਹੁਤ ਸਾਰੇ ਇਨਕਲਾਬੀਆਂ ਦਾ ਮੁੱਖ ਮਾਧਿਅਮ ਸੀ ਤੇ ਮਾਸਕੋ ਜਾਣ ਵਾਲਿਆਂ ਦੀ ਵਿਸ਼ੇਸ਼ ਸਹਾਇਤਾ ਕਰਦਾ ਸੀ। 1934 ਦੀ ਗਦਰ ਡਾਇਰੈਕਟਰੀ ਤੀਰਥਰਾਮ ਬਾਲੀ ਨੂੰ, ਜੋ ਕਿ ਸੰਭਵ ਤੌਰ 'ਤੇ ਯੋਗਰਾਜ ਦਾ ਰਿਸ਼ਤੇਦਾਰ ਸੀ, ਯੁਗੰਡਾ ਰੇਲਵੇ ਦਾ ਕਰਮਚਾਰੀ ਦੱਸਦੀ ਹੈ, ਜਿਸ ਨੂੰ ਕੀਨੀਆ ਵਿੱਚ ਗਦਰ ਦੀਆਂ ਕਾਪੀਆਂ ਵੰਡਣ ਦੇ ਦੋਸ਼ ਵਿੱਚ ਨੌਕਰੀਆਂ ਹਟਾ ਦਿੱਤਾ ਗਿਆ ਸੀ। ਗੋਪਾਲ ਸਿੰਘ ਦੀ ਮਾਰਕਸੀ ਵਿਚਾਰਧਾਰਾ ਨਾਲ ਜਾਣ ਪਛਾਣ ਪਿੰਡ ਸੰਸਾਰਪੁਰ ਦੇ ਦਵਿੰਦਰ ਸਿੰਘ ਕਤਲ ਨੇ ਕਰਵਾਈ। ਉਹ ਗਰਮ ਖਿਆਲੀਆ ਕਮਿਊਨਿਸਟ ਹੋਣ ਦੇ ਨਾਲ ਨੈਰੋਬੀ ਦੇ ਗੁਰਦੁਆਰਾ ਸਿੰਘ ਸਭਾ ਦਾ ਸਕੱਤਰ ਵੀ ਸੀ। ਇੱਕ ਹੋਰ ਇਨਕਲਾਬੀ ਨਕੋਦਰ ਦੇ ਨੇੜੇ ਪਿੰਡ ਬੋਪਾ ਰਾਏ ਦਾ ਉਜਾਗਰ ਸਿੰਘ ਕਿਰਤੀ ਸੀ। ਉਹ ਗੁਰਦੁਆਰਾ ਬਾਜ਼ਾਰ ਵਿੱਚ ਗ੍ਰੰਥੀ ਸੀ ਅਤੇ ਗੋਪਾਲ ਸਿੰਘ ਦਾ ਪੱਗਵਟ ਭਰਾ ਬਣਿਆ ਸੀ। ਦਵਿੰਦਰ ਸਿੰਘ ਅਤੇ ਉਜਾਗਰ ਸਿੰਘ ਸੂਬਾ ਸਿੰਘ ਦੇ ਨਾਲ ਮਾਸਕੋ ਟ੍ਰੇਨਿੰਗ ਲੈਣ ਗਏ। ਅਨਕੋਟ। ਆਪਣੀ ਜਨਮ ਭੂਮੀ ਪ੍ਰਤੀ ਪਿਆਰ ਦੀ ਮਿਸਾਲ
इस गल विचों भी देखी जा सकती है कि दो पंजाबियां सरन सिंह ते बलवंत राज ने नवंबर 1942 ਵਿੱਚ ਈਸ਼ਰ ਦਾਸ ਦਾ ਇਸ ਕਰਕੇ ਕਤਲ ਕੀਤਾ ਸੀ ਕਿਉਂਕਿ ਉਹ ਫਰੰਗੀਆਂ ਵੱਲੋਂ ਬਣਾਈ ਗਈ ਮੈਨ ਪਾਵਰ ਕਮੇਟੀ ਦਾ ਡਿਪਟੀ ਡਾਇਰੈਕਟਰ ਸੀ ਤੇ ਜਿਸ ਦਾ ਕੰਮ ਇਹ ਸੀ ਕਿ ਵਰਲਡ ਵਾਰ ਵਾਸਤੇ ਫੌਜ ਦੀ ਭਰਤੀ ਕਰੇ। ਹਾਲਾਂਕਿ ਭਾਰਤ ਵਿੱਚ ਕਈ ਧਿਰਾਂ ਇਸ ਯੁੱਧ ਦੌਰਾਨ ਅੰਗਰੇਜ਼ਾਂ ਦੇ ਨਾਲ ਸਨ, ਪਰ ਕੀਨੀਆ ਦੇ ਇਨਕਲਾਬੀ ਦੇਸ਼ ਭਗਤਾਂ ਵਾਸਤੇ ਜ਼ਾਲਮ ਗੋਰਿਆਂ ਦਾ ਸਾਥ ਦੇਣਾ ਗਦਾਰੀ ਸੀ, ਜਿਸ ਦੀ ਇਸ ਤੀਸਰੇ ਪੰਜਾਬੀ ਈਸ਼ਰ ਦਾਸ ਨੂੰ ਕੀਮਤ ਚੁਕਾਉਣੀ ਪਈ। ਪਰ ਸਭ ਤੋਂ ਮਹੱਤਵਪੂਰਨ ਗਰਮ ਖਿਆਲੀਆ ਇੱਕ ਹੋਰ ਪੰਜਾਬੀ ਜਸਵੰਤ ਸਿੰਘ ਭਾਰਤ ਸੀ। ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਉਸ ਦਾ ਪਿਤਾ ਵੀ 1914 ਵਿੱਚ ਯੁਗੰਡਾ ਰੇਲ ਦੀ ਨੌਕਰੀ ਲਈ ਕੀਨੀਆ ਗਿਆ ਸੀ, ਪਰ ਭਾਰਤ ਖੁਦ 1940 ਵਿੱਚ ਗਿਆ। 1947 ਵਿੱਚ ਹਿੰਦੁਸਤਾਨ ਪੜ੍ਹਨ ਲਈ ਵਾਪਸ ਆ ਗਿਆ ਅਤੇ 1953 ਵਿੱਚ ਕੀਨੀਆ ਪਹੁੰਚਿਆ। ਉਸ ਦੀ ਇਤਿਹਾਸ ਵਿੱਚ ਬਹੁਤ ਜ਼ਿਆਦਾ ਰੁਚੀ ਸੀ। ਉਸਨੇ 1857 ਤੋਂ ਬਾਅਦ ਦਾ ਇਤਿਹਾਸ ਉਚੇਚ ਨਾਲ ਪੜ੍ਹਿਆ ਅਤੇ ਉਹ 1919 ਦੇ ਜਲਿਆਂਵਾਲੇ ਬਾਗ ਦੀਆਂ ਘਟਨਾਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਪੜ੍ਹਿਆ ਲਿਖਿਆ ਹੋਣ ਕਾਰਨ ਉਸਨੂੰ ਕੀਨੀਆ ਪੁਲਿਸ ਰਿਜ਼ਰਵ ਵਿੱਚ ਨੌਕਰੀ ਮਿਲ ਗਈ ਤੇ ਉੱਥੇ ਗੋਰਿਆਂ ਦਾ ਅਸਲੀ ਚਿਹਰਾ ਉਹਦੇ ਸਾਹਮਣੇ ਬੇਨਕਾਬ ਹੋਇਆ। ਸਿਖਲਾਈ ਦੌਰਾਨ ਅਤੇ ਬਾਅਦ ਵਿੱਚ ਵੀ ਉਸ ਨਾਲ ਦੁਰਵਿਵਹਾਰ ਹੋਇਆ ਅਤੇ ਉਹ ਫਰੰਗੀਆਂ ਦਾ ਵੈਰੀ ਹੋ ਗਿਆ। ਨਤੀਜੇ ਵਜੋਂ ਉਹ ਮੱਧ 50ਵਿਆਂ ਦੌਰਾਨ ਕੀਨੀਆ ਵਿੱਚ ਚੱਲੀ ਹਿੰਸਾਵਾਦੀ ਲਹਿਰ ਮਾਓ ਲਹਿਰ ਦਾ ਹਮਦਰਦ ਹੋ ਗਿਆ। ਇਸ ਲਹਿਰ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ, ਪਰ ਜਸਵੰਤ ਸਿੰਘ ਨੇ ਮਾਓ ਇਨਕਲਾਬੀਆਂ ਵਾਸਤੇ ਬੰਦੂਕਾਂ ਅਤੇ ਬਰੂਦ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਉਹਨਾਂ ਨੂੰ ਅਸਲਾ ਬਣਾਉਣਾ ਚਲਾਉਣਾ ਵੀ ਸਿਖਾਉਂਦਾ ਸੀ। ਮਈ 1954 ਵਿੱਚ ਫੜੇ ਜਾਣ 'ਤੇ ਪਹਿਲਾਂ ਤਾਂ ਉਸਨੂੰ ਮੌਤ ਦੀ ਸਜ਼ਾ ਹੋਈ, ਪਰ ਬਾਅਦ ਵਿੱਚ 58 ਵਿੱਚ ਉਹ ਰਿਹਾ ਹੋ ਗਿਆ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗੋਰਿਆਂ ਨੇ ਅਫਰੀਕਨਾਂ ਅਤੇ ਏਸ਼ੀਅਨਾਂ ਨਾਲ ਜਿਹੜਾ ਸੂਖਮ ਅਤੇ ਸਥੂਲ ਪੱਧਰ 'ਤੇ ਵਿਤਕਰਾ ਕੀਤਾ, ਉਸ ਨੂੰ ਕੁਝ ਸੰਵੇਦਨਸ਼ੀਲ ਲੋਕਾਂ ਨੇ ਇੱਕ ਚੁਣੌਤੀ ਵਾਂਗ ਸਵੀਕਾਰ ਕੀਤਾ ਅਤੇ ਗੋਰਿਆਂ ਵਿਰੁੱਧ ਲਾਮਬੰਦ ਹੋ ਗਏ। ਜਸਵੰਤ ਸਿੰਘ ਉਹਨਾਂ ਵਿੱਚੋਂ ਹੀ ਇੱਕ ਸੀ। ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀਆਂ ਭਾਰਤੀਆਂ ਦਾ ਮੁੱਖ ਰੂਪ ਵਿੱਚ ਉੱਥੇ ਦੀਆਂ ਸਰਕਾਰਾਂ ਦੇ ਵਿਰੁੱਧ ਰੋਸ ਨਹੀਂ ਸੀ। ਉਹਨਾਂ ਦੀ ਲੜਾਈ ਭਾਰਤ ਵਿੱਚ ਰਾਜ ਕਰਦੀ ਗੋਰੀ ਸਰਕਾਰ ਨਾਲ ਸੀ, ਜਦੋਂ ਕਿ ਪੂਰਬੀ ਅਫਰੀਕਾ ਤੇ ਪੰਜਾਬੀ ਅਤੇ ਭਾਰਤੀ ਮੁੱਖ ਤੌਰ 'ਤੇ ਸਥਾਨਕ ਫਰੰਗੀ ਸਰਕਾਰ ਨਾਲ ਲੜ ਰਹੇ ਸਨ। ਇਉਂ ਮਹੱਤਵਪੂਰਨ ਗੱਲ ਇਹ ਹੈ ਕਿ ਅਫਰੀਕਨਾਂ ਅਤੇ ਭਾਰਤੀਆਂ ਦਾ ਦਵੱਲਾ ਰਿਸ਼ਤਾ ਸੀ। ਇੱਕ ਪਾਸੇ ਅਫਰੀਕਨਾਂ ਨੂੰ ਇਸ ਗੱਲ ਦੀ ਤਕਲੀਫ ਸੀ ਕਿ ਗੋਰੀ ਸਰਕਾਰ ਏਸ਼ੀਅਨਾਂ ਨਾਲ ਉਹਨਾਂ ਤੋਂ ਬਿਹਤਰ ਸਲੂਕ ਕਰਦੀ ਹੈ, ਪਰ ਦੂਜੇ ਪਾਸੇ ਗੋਰਿਆਂ ਵਿਰੁੱਧ ਲੜਨ ਵਾਲੇ ਭਾਰਤੀ ਅਤੇ ਅਫਰੀਕਨ ਇੱਕ ਦੂਜੇ ਦਾ ਸਾਥ ਦੇ ਰਹੇ ਸਨ। ਗਰਮ ਖਿਆਲੀਆਂ ਦੇ ਨਾਲ ਨਾਲ ਉੱਥੇ ਜਿਹੜਾ ਇੱਕ ਅਹਿੰਸਾਵਾਦੀ ਮੱਖਣ ਸਿੰਘ ਨੇ ਕੰਮ ਕੀਤਾ, ਉਸ ਨੂੰ ਹਮੇਸ਼ਾ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਏਗਾ। ਉਸਨੇ ਮੁੱਖ ਰੂਪ ਵਿੱਚ ਮਜ਼ਦੂਰ ਸੰਗਠਨਾਂ ਨੂੰ ਜਥੇਬੰਦ ਕਰਕੇ ਮਜ਼ਦੂਰਾਂ ਦੀਆਂ ਕੰਮ ਕਰਨ ਦੀਆਂ ਹਾਲਤਾਂ ਨੂੰ ਬਿਹਤਰ ਕਰਨ ਵਾਸਤੇ ਯੋਗਦਾਨ ਪਾਇਆ। ਮੈਂ ਇਸ ਬੰਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਦੇਣੀ ਚਾਹੁੰਦਾ। ਉਸਨੇ 1930 ਵਿੱਚ ਨੈਰੋਬੀ ਦੇ ਜਮਹੂਰੀ ਸਕੂਲ 'ਚ ਲੰਡਨ ਦੀ ਮੈਟ੍ਰਿਕ ਪਾਸ ਕੀਤੀ। ਮੱਖਣ ਸਿੰਘ ਲਾਇਕ ਵਿਦਿਆਰਥੀ ਸੀ। ਚੂਨੀ ਨਾਲ ਮਦਨ ਉਸ ਦਾ ਸਹਿਪਾਠੀ ਸੀ, ਜੋ ਕਿ ਆਜ਼ਾਦ ਕੀਨੀਆ ਦੀ ਸੁਪਰੀਮ ਕੋਰਟ ਦਾ ਪਹਿਲਾ ਚੀਫ ਜਸਟਿਸ ਬਣਿਆ। ਮਦਨ ਦੱਸਦਾ ਹੈ ਕਿ ਮੱਖਣ ਸਿੰਘ ਆਪਣੇ ਜਾਦੂਈ ਦਿਮਾਗ ਨਾਲ ਹਿਸਾਬ ਦੇ ਵਿਸ਼ੇ ਨੂੰ ਸਭ ਨੂੰ ਆਸਾਨੀ ਨਾਲ ਮਾਤ ਦੇ ਦਿੰਦਾ ਸੀ। ਉਹ ਉੱਚ ਸਿੱਖਿਆ ਲਈ ਬਰਤਾਨੀਆ ਜਾਣਾ ਚਾਹੁੰਦਾ ਸੀ, ਪਰ ਪਿਤਾ ਸੁੱਧ ਸਿੰਘ ਦੀ ਆਰਥਿਕਤਾ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦੀ। ਉਹ ਆਪਣੀ ਛੋਟੀ ਜਿਹੀ ਪ੍ਰਿੰਟਿੰਗ ਪ੍ਰੈਸ ਲਾ ਚੁੱਕਾ ਸੀ ਤੇ ਚਾਹੁੰਦਾ ਸੀ ਕਿ ਮੱਖਣ ਸਿੰਘ ਉਸ ਨਾਲ ਹੱਥ ਵਟਾਵੇ, ਪਰ ਮੱਖਣ ਸਿੰਘ ਨੇ ਇਹ ਕੰਮ ਸਧਾਰਨ ਕਾਮੇ ਵਾਂਗ ਬੱਝਵੀਂ ਤਨਖਾਹ ਤੇ ਕਰਨਾ ਮੰਨਿਆ। ਉਸ ਦੀ ਬਾਅਦ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਇਹ ਉਸ ਦੀ ਨਾਬਰੀ ਨਹੀਂ ਸੀ, ਬਲਕਿ ਜੀਵਨ ਵਿੱਚ ਜੋ ਉਹ ਐਕਚੁਅਲੀ ਕਰਨਾ ਚਾਹੁੰਦਾ ਸੀ ਉਸ ਦੇ ਪੂਰਨੇ ਸਨ। 1933 ਵਿੱਚ ਭਾਰਤੀ ਕਾਰੀਗਰਾਂ ਦੀ ਨੌਕਰੀ ਨੂੰ ਪੱਕੀ ਤੋਂ ਕੱਚੀ ਬਣਾ ਦਿੱਤਾ ਗਿਆ। 31, 33 ਤੇ 35 ਦੀਆਂ ਹੜਤਾਲਾਂ ਫੇਲ ਹੋ ਚੁੱਕੀਆਂ ਸਨ। 35 ਵਿੱਚ ਮੱਖਣ ਸਿੰਘ ਨੂੰ ਇੰਡੀਅਨ ਲੇਬਰ ਟ੍ਰੇਡ ਯੂਨੀਅਨ ਦਾ ਆਨਰਰੀ ਸਕੱਤਰ ਬਣਨ ਲਈ ਕਿਹਾ ਗਿਆ। ਮੱਖਣ ਸਿੰਘ ਨੇ ਸਮੁੱਚੀ ਮਜ਼ਦੂਰ ਜਮਾਤ ਦੇ ਵੱਡੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਸ਼ੁਰੂ ਕੀਤੇ ਤੇ ਤੰਗ ਦਿਲੀ ਨੂੰ ਮੂਲੋਂ ਤਲਾਂਜਲੀ ਦੇ ਦਿੱਤੀ। ਉਸਨੇ ਕੰਮ ਕਰਨ ਦੇ ਸਮੇਂ ਨੂੰ ਘਟਾ ਕੇ 8 ਘੰਟੇ, ਜ਼ਿਆਦਾ ਕਰਾਂ ਨੂੰ ਘਟਾਉਣ ਤੇ ਹਿਟਲਰ ਦੇ ਜ਼ੁਲਮਾਂ ਵਿਰੁੱਧ ਆਵਾਜ਼ ਚੁੱਕਣ ਵਾਲੇ ਮਤੇ ਪਾਸ ਕਰਵਾਏ। ਹੌਲੀ ਹੌਲੀ ਉਸਨੇ ਆਪਣੀ ਯੂਨੀਅਨ ਦੇ ਖੇਤਰ ਨੂੰ ਭਾਰਤੀ ਤੋਂ ਵਧਾ ਕੇ ਪੂਰਬੀ ਅਫਰੀਕੀ ਬਣਾ ਦਿੱਤਾ ਅਤੇ ਉਸਦਾ ਨਾਮ ਵੀ ਬਦਲ ਦਿੱਤਾ। ਉਸਨੇ ਕੁਬਈ, ਕਰਿਊਕੀ ਤੇ ਕਗੀਆ ਜਿਹੇ ਕਈ ਅਫਰੀਕੀਆਂ ਤੇ ਅੰਬੂ ਪਟੇਲ ਜਿਹੇ ਗੁਜਰਾਤੀ ਦੇਸ਼ ਭਗਤਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਭਾਰਤੀਆਂ ਨੂੰ ਧਰਮ, ਜਾਤ ਤੇ ਲਿੰਗ ਦੇ ਨਾਂ ਤੇ ਵੰਡੇ ਜਾਣ ਤੋਂ ਸੁਚੇਤ ਕੀਤਾ ਅਤੇ ਸਮਾਜੀ ਜੀਵਨ ਵਿੱਚ ਔਰਤਾਂ ਨੂੰ ਯੋਗ ਥਾਂ ਦੇਣ ਲਈ ਵੀ ਗੱਲ ਕੀਤੀ। ਉਸਨੇ ਅੰਗਰੇਜ਼ੀ ਸਰਕਾਰ ਦੇ ਸਹੀ ਫੈਸਲਿਆਂ ਦਾ ਸਮਰਥਨ ਵੀ ਕੀਤਾ, ਜਿਹਦੇ ਵਿੱਚ ਕੀਨੀਆ, ਯੁਗੰਡਾ ਤੇ ਤੰਜ਼ਾਨੀਆ ਨੂੰ ਇਕਹਿਰੇ ਪ੍ਰਬੰਧਕੀ ਖੇਤਰ ਵਜੋਂ ਜੋੜਨਾ ਸ਼ਾਮਲ ਸੀ। ਪਰ ਉਹ ਉਹਨਾਂ ਦੀ ਨਸਲ, ਧਰਮ ਅਤੇ ਖਿੱਤੇ ਦੇ ਬਿਨਾਂ ਤੇ ਵੰਡੀਆਂ ਪਾਉਣ ਦੀ ਨੀਤੀ ਦਾ ਤਿੱਖਾ ਵਿਰੋਧੀ ਸੀ। ਉਸ ਦੀ ਸੋਚ ਦੀ ਸੂਖਮਤਾ ਅਤੇ ਦੂਰਦ੍ਰਿਸ਼ਟੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸਨੇ ਇਹਨਾਂ ਵੰਡੀਆਂ ਦੇ ਖਿਲਾਫ ਮਰਨ ਵਰਤ ਵੀ ਰੱਖਿਆ। ਉਸ ਦਾ ਮਜ਼ਦੂਰ ਸੰਗਠਨ ਵਿੱਚ ਨੇੜਲਾ ਸਾਥੀ ਫਰੈਡ ਕੁਬਈ ਲਿਖਦਾ ਹੈ ਕਿ ਮੱਖਣ ਸਿੰਘ ਨੇ ਕੀਨੀਆਈ ਮਜ਼ਦੂਰਾਂ ਲਈ ਇਮਾਨਦਾਰੀ ਨਾਲ ਦੁੱਖ ਝੱਲੇ। ਉਹ 100% ਯੋਧਾ ਸੀ। ਉਹ ਕੀਨੀਆ ਦਾ ਸੱਚਾ ਕੌਮਪ੍ਰਸਤ ਸੀ, ਜਿਸ ਨੇ ਮਜ਼ਦੂਰ ਸੰਗਠਨਾਂ ਅਤੇ ਦੇਸ਼ ਦੀ ਆਜ਼ਾਦੀ ਲਈ ਸਰਵੋਤਮ ਕਿਸਮ ਦਾ ਯੋਗਦਾਨ ਪਾਇਆ। ਪਰ ਬਦਕਿਸਮਤੀ ਨੂੰ ਉਸਦੇ ਆਪਣੇ ਲੋਕਾਂ ਨੇ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਏਸ਼ੀਆਈ, ਯੂਰਪੀ ਅਤੇ ਅਫਰੀਕੀ ਕਾਮਿਆਂ ਵਾਸਤੇ ਬਰਾਬਰ ਉਜਰਤ ਮੰਗਦਾ ਸੀ। ਜਦੋਂ ਉਸਨੇ ਸਿੰਘ ਸਭਾ
ਨੂੰ ਗੁਰਦੁਆਰੇ 'ਚ ਪਾਸ ਕਰਨ ਵਾਸਤੇ ਕੁਝ ਮਤੇ ਭੇਜੇ ਤਾਂ ਮੈਨੇਜਮੈਂਟ ਨੇ ਉਹਨਾਂ ਨੂੰ ਸੰਗਤ ਸਾਹਮਣੇ ਪੇਸ਼ ਤੱਕ ਨਹੀਂ ਕੀਤਾ। ਇਹਨਾਂ ਮਤਿਆਂ 'ਚ ਭਾਰਤੀ ਸੁਤੰਤਰਤਾ, ਭਾਰਤੀ ਵਿਦਿਅਕ ਪ੍ਰਣਾਲੀ ਵਿੱਚ ਸੁਧਾਰ, ਪੂਰਬੀ ਅਫਰੀਕੀ ਲੋਕਾਂ ਵਿੱਚ ਏਕਤਾ ਅਤੇ ਭਾਰਤ ਵਿੱਚ ਗ੍ਰਿਫਤਾਰ ਹੋਏ ਬਾਬਾ ਗੁਰਮੁਖ ਸਿੰਘ ਅਤੇ ਤੇਜਾ ਸਿੰਘ ਸੁਤੰਤਰ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੁੱਧ ਸਿੰਘ ਨੇ ਆਪਣੇ ਕੰਮ ਧੰਦੇ ਨੂੰ ਛੱਡ ਕੇ ਪਰਿਵਾਰ ਸਮੇਤ ਹਿੰਦੁਸਤਾਨ ਜਾਣਾ ਚਾਹਿਆ, ਪਰ ਮੱਖਣ ਸਿੰਘ ਨੇ ਆਪਣੀ ਹੋਣੀ ਨੂੰ ਕੀਨੀਆ ਨਾਲ ਪੂਰੀ ਤਰ੍ਹਾਂ ਜੋੜ ਦਿੱਤਾ ਅਤੇ ਉਸ ਦੀਆਂ ਸਰਗਰਮੀਆਂ ਦਾ ਦਾਇਰਾ ਬਹੁਤ ਵੱਡਾ ਹੋ ਚੁੱਕਾ ਸੀ। ਉਹ ਅਨੇਕਾਂ ਯੂਨੀਅਨ ਦੇ ਨਾਲ ਜੁੜਿਆ ਹੋਇਆ ਸੀ। 34 'ਚ ਉਸਦਾ ਸਤਵੰਤ ਕੌਰ ਨਾਲ ਵਿਆਹ ਹੋ ਗਿਆ ਅਤੇ 37 'ਚ ਉਸਦੇ ਘਰ ਹਿੰਦਪਾਲ ਸਿੰਘ ਨਾਂ ਦੇ ਬੇਟੇ ਨੇ ਜਨਮ ਲਿਆ। ਉਸਦੇ ਦੂਜੇ ਬੇਟੇ ਦਾ ਨਾਂ ਸਵਰਾਜਪਾਲ ਸੀ। ਆਪਣੇ ਸਾਲੇ ਦੇ ਵਿਆਹ ਸ਼ਾਮਲ ਹੋਣ ਲਈ ਜਦੋਂ 40 ਵਿੱਚ ਭਾਰਤ ਵਿੱਚ ਆਇਆ, ਗੁਲਾਮ ਮੁਹੰਮਦ ਦੀ ਸਲਾਹ ਤੇ ਉਹ ਮੋਮਨ ਦੇ ਭੇਸ 'ਚ ਪਹੁੰਚਿਆ, ਪਰ ਮੇ ਡੇ ਵਾਲੇ ਦਿਨ ਜਦੋਂ ਉਸਨੇ ਅਹਿਮਦਾਬਾਦ ਵਿੱਚ ਉਜਰਤਾਂ ਦੇ ਵਾਧੇ ਵਿੱਚ ਮੰਗ ਕਰ ਰਹੇ 30,000 ਹੜਤਾਲੀ ਮਜ਼ਦੂਰਾਂ ਦੇ ਸਾਹਮਣੇ ਭਾਸ਼ਣ ਦਿੱਤਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ ਵਿੱਚ 7 ਸਾਲ ਦੀ ਠਹਿਰ ਵਿੱਚੋਂ 5 ਸਾਲ ਉਹ ਜੇਲ੍ਹ 'ਚ ਜੂ ਬੰਦ ਰਿਹਾ। ਇੱਥੇ ਹੀ ਉਸਨੇ ਮਾਰਕਸ ਦੇ ਪ੍ਰਸਿੱਧ ਗ੍ਰੰਥ ਦਾਸ ਕੈਪੀਟਲ ਦਾ ਪਹਿਲਾ ਪੰਜਾਬੀ ਤਰਜਮਾ ਕੀਤਾ ਦੱਸਿਆ ਜਾਂਦਾ ਹੈ। 15 ਅਗਸਤ ਨੂੰ ਮੁਲਕ ਆਜ਼ਾਦ ਹੋਇਆ ਤੇ 22 ਅਗਸਤ ਨੂੰ ਉਹ ਮੁੜ ਕੇ ਕੀਨੀਆ ਵੱਲ ਤੁਰ ਪਿਆ। ਹੁਣ ਉਸ 'ਤੇ ਪਹਾੜ ਟੁੱਟਣ ਦਾ ਸਮਾਂ ਸ਼ੁਰੂ ਹੋਇਆ। ਉਸ ਨੂੰ ਫਰੰਗੀਆਂ ਵੱਲੋਂ ਇਹ ਕਹਿ ਕੇ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਕਿ ਉਸ ਨੂੰ ਗਲਤੀ ਨਾਲ ਕੀਨੀਆ 'ਚ ਦਾਖਲ ਕੀਤਾ ਗਿਆ। ਹਾਲਾਂਕਿ ਸੁੱਧ ਸਿੰਘ ਨੇ ਬਰਤਾਨੀਆ ਸਰਕਾਰ ਦੀ ਆਗਿਆ ਲਈ ਸੀ। ਉਸ ਵਿਰੁੱਧ ਵਾਰ-ਵਾਰ ਦੇਸ਼ ਨਿਕਾਲੇ ਦੇ ਹੁਕਮ ਹੋਏ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਹ ਹਰ ਵਾਰ ਅਦਾਲਤਾਂ 'ਚੋਂ ਨਿਕਲ ਜਾਂਦਾ ਰਿਹਾ। ਉਸ ਦਾ ਹੌਸਲਾ ਬੁਲੰਦ ਸੀ। ਉਸਨੇ ਯੂਨੀਅਨ ਨੂੰ ਭੁਖਾਈ ਰੱਖਿਆ। ਨਤੀਜੇ ਵਜੋਂ ਕੀਨੀਆਈ ਸਮਾਜ ਅਤੇ ਰਾਜਨੀਤੀ 'ਚ ਉਸਦਾ ਬਿੰਬ ਫੈਲਦਾ ਗਿਆ ਤੇ ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਸ਼ੁਮਾਰ ਹੋਣ ਲੱਗਾ। ਭਾਵੇਂ ਅਖਬਾਰਾਂ ਵਿੱਚ ਉਹ ਸੰਨ 1935 ਵਿੱਚ ਸਵਾਹਿਲੀ ਅਤੇ ਅੰਗਰੇਜ਼ੀ ਵਿੱਚ ਲੇਖ ਲਿਖ ਰਿਹਾ ਸੀ ਅਤੇ ਭਾਰਤ ਵਿੱਚ ਜਗਜੀਤ ਸਿੰਘ ਆਨੰਦ ਨਾਲ ਹਫ਼ਤਾਵਾਰੀ ਜੰਗੇ ਆਜ਼ਾਦੀ ਦੇ ਪ੍ਰਕਾਸ਼ਨ 'ਚ ਕੰਮ ਕਰ ਚੁੱਕਾ ਸੀ, ਪਰ ਹੁਣ ਉਸ ਦੀਆਂ ਲਿਖਤਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਤੇ ਸਰਕਾਰ ਉਸ 'ਤੇ ਨਜ਼ਰ ਰੱਖਣ ਲੱਗੀ। ਉਸਨੇ ਇੱਕ ਲੇਖ ਵਿੱਚ ਸਰਕਾਰ ਦੁਆਰਾ ਨੈਰੋਬੀ ਨੂੰ ਦਿੱਤੇ ਸਿਟੀ ਦੇ ਦਰਜੇ ਦਾ ਮਾਹੌਲ ਉਡਾਉਂਦਿਆਂ ਕਿਹਾ ਸੀ ਕਿ ਨੈਰੋਬੀ ਦੇ ਗਰੀਬ ਲੋਕਾਂ ਦਾ ਇਹਨਾਂ ਜਸ਼ਨਾਂ ਨਾਲ ਕੋਈ ਵਾਸਤਾ ਨਹੀਂ ਹੈ। 1 ਮਈ 1950 ਨੂੰ ਨਿਰਣਾਇਕ ਦਿਨ ਚੜ੍ਹਿਆ ਜਿਸ ਮੱਖਣ ਸਿੰਘ ਨੇ ਨੈਰੋਬੀ ਦੇ ਕਲੋਨੀ ਹਾਲ ਵਿੱਚ ਹਜ਼ਾਰਾਂ ਲੋਕਾਂ ਸਾਹਮਣੇ ਬੋਲਦਿਆਂ ਪਹਿਲੀ ਵਾਰ ਅੰਗਰੇਜ਼ਾਂ ਨੂੰ ਦੇਸ਼ ਛੱਡਣ ਅਤੇ ਪੂਰਨ ਸੁਤੰਤਰਤਾ ਦੀ ਮੰਗ ਕੀਤੀ। ਇੱਕ ਪੰਜਾਬੀ ਭਾਰਤੀ ਨੇ ਕਲੋਨੀਅਲ ਰਾਜ ਦੇ ਵਿਰੁੱਧ ਪਹਿਲੀ ਵਾਰੀ ਕੀਨੀਆ ਦੀ ਸੁਤੰਤਰਤਾ, ਪੂਰਨ ਸੁਤੰਤਰਤਾ ਦੀ ਮੰਗ ਕੀਤੀ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਨੂੰ ਪੱਕੇ ਪੈਰੀਂ ਹੱਥ ਪਾਇਆ ਅਤੇ ਨਿਆਇਕ ਮੁਕੱਦਮਾ ਚਲਾਉਣ ਤੋਂ ਬਿਨਾਂ ਹੀ ਜੇਲ੍ਹ 'ਚ ਸੁੱਟ ਦਿੱਤਾ, ਜਿੱਥੇ 1961 ਵਿੱਚ ਮੁਲਕ ਦੇ ਆਜ਼ਾਦ ਹੋਣ ਤੱਕ ਮੱਖਣ ਸਿੰਘ 11 ਸਾਲ ਲਗਾਤਾਰ ਰੁਲਦਾ ਰਿਹਾ। ਸੱਚਾ ਸੁੱਚਾ ਕਮਿਊਨਿਸਟ ਮੱਖਣ ਸਿੰਘ ਇਸ ਗੱਲੋਂ ਵੀ ਵਿਲੱਖਣ ਸੀ ਕਿ ਬਸਤੀਵਾਦੀ ਸਰਕਾਰ ਵਿਰੁੱਧ ਲੜਨ ਵਾਲਾ ਉਹ ਇਕੱਲਾ ਐਸਾ ਕਾਮਰੇਡ ਹੈ ਜਿਸ ਨੇ ਅਹਿੰਸਾ ਨੂੰ ਆਪਣਾ ਹਥਿਆਰ ਬਣਾਇਆ। ਹਿੰਸਕ ਮਾਓ ਲਹਿਰ ਉਦੋਂ ਚੱਲੀ ਜਦੋਂ ਮੱਖਣ ਸਿੰਘ ਜੇਲ੍ਹ 'ਚ ਸੀ। ਭਾਵੇਂ ਉਹ ਪਿਛਲੇਰੀ ਉਮਰ 'ਚ ਨਾਸਤਕ ਹੋ ਗਿਆ ਸੀ, ਪਰ ਉਸਨੇ ਗੁਰੂ ਨਾਨਕ ਤੇ ਗੁਰੂ ਅਰਜਨ ਉੱਤੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਸਨ ਜਿਹੜੀਆਂ ਕਿ ਗੁਰਦੁਆਰਿਆਂ 'ਚ ਪੜ੍ਹਦਾ ਹੁੰਦਾ ਸੀ। ਪਰ ਉਹ ਸਨਾਤਨ ਧਰਮ ਤੇ ਆਰੀਆ ਸਮਾਜ ਮੰਦਰਾਂ ਵਿੱਚ ਵੀ ਕਵਿਤਾਵਾਂ ਪੜ੍ਹਨ ਜਾਂਦਾ ਸੀ। ਉਸ ਦਾ ਮਨੁੱਖਵਾਦ ਦਿਖਾਵੇ ਦਾ ਨਹੀਂ ਸੀ। ਉਹ ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਹੋਇਆ, ਭਾਵੇਂ ਉਸ ਨਾਲ ਗਾਂਧੀ ਵਾਂਗ ਕਿਸੇ ਨੇ ਕੋਈ ਵਿਤਕਰਾ ਨਹੀਂ ਸੀ ਕੀਤਾ। ਗਾਂਧੀ ਦੇ ਉਲਟ ਉਹ ਅਫਰੀਕਾ ਨੂੰ ਛੱਡ ਕੇ ਵੀ ਨਹੀਂ ਆਇਆ। ਗਾਂਧੀ ਹਿੰਦੁਸਤਾਨੀਆਂ ਵਾਸਤੇ ਲੜਿਆ, ਮੱਖਣ ਸਿੰਘ ਅਫਰੀਕਨਾਂ ਲਈ ਜੂਝਿਆ। ਜਦ ਉਸ ਦੀ ਮਾਂ ਮਰ ਗਈ ਤਾਂ ਫਰੰਗੀ ਨੇ ਇਸ ਸ਼ਰਤ ਤੇ ਭੋਗ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਨੀ ਕਿ ਉਹ ਉਸ ਤੋਂ ਬਾਅਦ ਸਿੱਧਾ ਹਿੰਦੁਸਤਾਨ ਚਲਾ ਜਾਏਗਾ। ਮੱਖਣ ਸਿੰਘ ਨੇ ਮਾਂ ਤੋਂ ਜ਼ਿਆਦਾ ਧਰਤੀ ਮਾਂ ਨੂੰ ਤਰਜੀਹ ਦਿੱਤੀ। ਇਸੇ ਲਈ ਦਾਨਾ ਸੈਦਨਬਰਗ ਉਸ ਨੂੰ ਠੀਕ ਹੀ ਅਫਰੀਕਾ ਵਿੱਚ ਰਹਿਣ ਵਾਲਾ 20ਵੀਂ ਸਦੀ ਦਾ ਸਭ ਤੋਂ ਮਹਾਨ ਏਸ਼ੀਅਨ ਕਹਿੰਦੀ। ਇਹਨਾਂ ਸਾਰੇ ਪ੍ਰਵਾਸੀਆਂ ਦੀ ਆਰਥਿਕਤਾ, ਰਾਜਸੀ ਵਿਚਾਰਧਾਰਾ ਅਤੇ ਸਮਾਜ ਵਿੱਚ ਵਿਚਰਨ ਦੇ ਢੰਗ ਵੱਖਰੇ ਸਨ, ਪਰ ਸਾਰਿਆਂ ਨੇ ਆਪਣੀ ਤਾਕਤ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਿਛੋਕੜ 'ਚੋਂ ਪ੍ਰਾਪਤ ਕੀਤੀ। ਉਹ ਆਪਣੇ ਇਤਿਹਾਸ, ਧਰਮ ਅਤੇ ਵਤਨ ਵਿੱਚ ਸਮੇਂ ਦੀ ਰਾਜਸੀ ਚੇਤਨਾ ਤੋਂ ਲਗਾਤਾਰ ਪ੍ਰਭਾਵਿਤ ਹੁੰਦੇ ਰਹੇ। ਵਿੱਦਿਆ ਲੈਣ ਲਈ ਉਹ ਜਾਂ ਇੰਗਲੈਂਡ ਜਾਂਦੇ ਸਨ ਜਾਂ ਭਾਰਤ ਆਉਂਦੇ ਸਨ। ਇਸ ਦੇ ਨਾਲ ਇਹ ਕਹਿਣਾ ਵੀ ਵਾਜਬ ਹੈ ਕਿ ਉਹ ਭਾਰਤੀ ਪੰਜਾਬੀ ਸਮਾਜ ਦੇ ਗੁਣਾਂ ਦੇ ਨਾਲ ਔਗੜਾਂ ਨੂੰ ਵੀ ਆਪਣੇ ਨਾਲ ਲੈ ਕੇ ਗਏ, ਨਹੀਂ ਤਾਂ ਮੱਖਣ ਸਿੰਘ ਨੂੰ ਇਸ ਤਰ੍ਹਾਂ ਦੀ ਕਵਿਤਾ ਲਿਖਣ ਦੀ ਬਿਲਕੁਲ ਲੋੜ ਨਾ ਪੈਂਦੀ। 2 ਲਾਈਨਾਂ ਪੜ੍ਹ ਦੇਣਾ, ਬਾਕੀ ਛੱਡ ਦੇਣਾ। ਫਿਰਕੂ ਪੁਣੇ ਦੀ ਜਨਮ ਤੋਂ ਮਿਲੇ ਸਿੱਖਿਆ, ਜਿੱਧਰ ਜਾਵੀਏ ਸੰਗ ਜਾਣਦੀ ਏ, ਗੱਲ ਤੇ ਟੋਏ ਪੁੱਟਦੀ ਏ ਤੇ ਕੰਮ ਸੌਰ ਦੇ ਚੌੜ ਕਰਾਉਂਦੀ। ਫਿਰ ਵੀ ਪੂਰਬੀ ਅਫਰੀਕਾ ਨੇ ਗੁਰਦੁਆਰਾ ਮਕਿੰਡੂ ਦੇ ਰੂਪ ਵਿੱਚ ਜਿਸ ਮਾਡਲ ਦੀ ਸਿਰਜਣਾ ਕੀਤੀ ਹੈ ਉਹ ਅਦਭੁਤ ਅਤੇ ਵਿਲੱਖਣ ਹੈ। ਮੈਂ ਚਾਹੁੰਦਾ ਇਸ ਨੂੰ ਬਹੁਤ ਧਿਆਨ ਨਾਲ ਇਸ ਪੈਰੇ ਸੁਣਿਆ ਜਾਵੇ। ਨੈਰੋਬੀ ਤੋਂ 100 ਮੀਲ ਦੂਰ ਜਿੱਥੇ ਕੋਈ ਵੀ ਪੰਜਾਬੀ ਨੇੜੇ ਤੇੜੇ ਨਹੀਂ ਵੱਸਦਾ, ਸਿੱਖੀ ਵਿਚਾਰਧਾਰਾ ਦਾ ਸਟੀਕ ਪ੍ਰਤੀਕ ਹੈ ਇਹ ਗੁਰਦੁਆਰਾ। ਇਸ ਗੁਰਦੁਆਰੇ ਨੂੰ 1926 'ਚ ਬਣਾਇਆ ਗਿਆ ਸੀ। ਭਾਵੇਂ ਯੁਗੰਡਾ ਰੇਲ ਦੇ ਮਜ਼ਦੂਰਾਂ ਨੇ ਆਪਣੀ ਨਿਤਾ ਪ੍ਰਤੀ ਦੀ ਭਗਤੀ ਅਤੇ ਕੰਮ ਦੇ ਡਰ ਵਿੱਚੋਂ ਮੁਕਤ ਹੋਣ ਦੇ ਰਾਹ ਵਜੋਂ ਲਗਭਗ 3 ਦਹਾਕੇ ਪਹਿਲਾਂ ਇਸ ਦੀ ਵਕਤੀ ਸਥਾਪਨਾ ਕਰ ਲਈ ਸੀ। ਇਸ ਗੁਰਦੁਆਰੇ ਦਾ ਪ੍ਰਬੰਧ ਨੈਰੋਬੀ ਦੇ ਸਾਰੇ ਗੁਰਦੁਆਰੇ ਮਿਲ ਕੇ ਕਰਦੇ ਹਨ, ਜਦੋਂ ਕਿ ਕੈਨੇਡਾ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਗੰਭੀਰ ਕਿਸਮ ਦੀਆਂ ਆਪਸੀ ਲੜਾਈਆਂ ਵਿੱਚ ਲਿਪਤ ਹਨ। ਮਕਿੰਡੂ ਵਿੱਚ 24 ਘੰਟੇ ਉੱਚ ਪੱਧਰ ਰਹਿਣ ਬਸੇਰੇ ਤੇ ਲੰਗਰ ਦੀ ਵਿਵਸਥਾ ਹੈ।
ਅਫਰੀਕਾ ਦੀਆਂ ਯਾਤਰਾ ਪੁਸਤਕਾਂ ਵਿੱਚ ਗੁਰਦੁਆਰੇ ਦਾ ਵਿਸ਼ੇਸ਼ ਜ਼ਿਕਰ ਹੈ ਅਤੇ ਇੱਥੇ ਠਹਿਰਨ ਤੇ ਲੰਗਰ ਛਕਣ ਵਾਲਿਆਂ ਵਿੱਚ ਗੈਰ ਸਿੱਖਾਂ ਦੀ ਵੱਡੀ ਗਿਣਤੀ ਹੈ। ਇਸ ਦੇ ਲਗਭਗ 40 ਕਰਮਚਾਰੀ ਸੇਵਾਦਾਰਾਂ ਵਿੱਚੋਂ ਬਹੁਤੇ ਕਾਲੇ ਲੋਕ ਹਨ। ਇਉਂ ਇਸ ਗੁਰਦੁਆਰੇ ਦਾ ਰਾਜਨੀਤੀ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ, ਧਰਮ ਦੇ ਨਾਲ ਨਾਲ ਸੇਵਾ ਕਾਰਜਾਂ ਵਿੱਚ ਰੁੱਝੇ ਹੋਣਾ ਤੇ ਮਾਨਸ ਕੀ ਜਾ ਸਭੇ ਏਕੋ ਪਹਿਚਾਨਬੋ ਦੇ ਭਾਵਨਾ ਉੱਤੇ ਤਰੋ ਮਨੋਂ ਪੂਰੇ ਉਤਰਨਾ ਇਸ ਸਥਾਨ ਨੂੰ ਪੂਰਬੀ ਅਫਰੀਕਾ ਦੇ ਪੰਜਾਬੀਆਂ ਦਾ ਮੁੱਖ ਪਛਾਣ ਚਿੰਨ੍ਹ ਬਣਾਉਂਦਾ ਹੈ। ਇਵੇਂ ਹੀ ਖੇਡਾਂ 'ਚ ਪੰਜਾਬੀਆਂ ਦੀ ਝੰਡੀ ਰਹੀ। ਕੀਨੀਆ ਵਿੱਚ ਪੰਜਾਬੀਆਂ ਦੀ ਹਾਕੀ ਨੂੰ ਦੇਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਓਲੰਪਿਕ ਦੀਆਂ 1956 ਦੀਆਂ ਖੇਡਾਂ ਵਿੱਚ ਹਾਕੀ ਦੇ 8 ਸਿੱਖ ਖਿਡਾਰੀ ਸਨ। 1960 ਵਿੱਚ 9 ਤੇ 1964 ਵਿੱਚ 6। 1956 'ਚ ਓਲੰਪਿਕ ਹਾਕੀ ਟੀਮ ਦਾ ਕਪਤਾਨ ਸੁਰਜੀਤ ਸਿੰਘ ਦਿਓਲ ਸੀ, ਜਦੋਂ ਕਿ 1964 ਵਿੱਚ ਅਵਤਾਰ ਸਿੰਘ ਕੀਨੀਆ ਦੀ ਹਾਕੀ ਦੀ ਟੀਮ ਦਾ ਕੈਪਟਨ ਸੀ। ਜੋਗਿੰਦਰ ਸਿੰਘ ਨੇ ਵਿਸ਼ਵ ਪੱਧਰ ਦੀਆਂ ਕਾਰ ਰੈਲੀਆਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਹਰੀ ਸਿੰਘ ਨੇ ਨਾ ਕੇਵਲ ਉੱਥੋਂ ਦੇ ਗੁਰਦੁਆਰਿਆਂ ਬਲਕਿ ਮੰਦਰਾਂ ਤੇ ਮਸਜਿਦਾਂ ਦੀਆਂ ਇਮਾਰਤਾਂ ਨੂੰ ਵੀ ਸ਼ਿੰਗਾਰਿਆ। ਪਰ ਇਹ ਵੀ ਸੱਚ ਹੈ ਕਿ ਜਦੋਂ ਸਮਾਜਿਕ ਲੋੜਾਂ ਤੇ ਫੈਸਲਿਆਂ ਦੀ ਗੱਲ ਆਉਂਦੀ ਤੇ ਪੰਜਾਬੀ ਹਰ ਥਾਂ ਤੇ ਪਛੜੇ ਹੋਏ ਦਿਸਦੇ ਨੇ। ਗੁਰਦੁਆਰਾ ਸਾਡੀ ਇੱਕ ਪਛਾਣ ਤਾਂ ਹੋ ਸਕਦਾ ਹੈ, ਪਰ ਕੁੱਲ ਪਛਾਣ ਨਹੀਂ ਬਣ ਸਕਦਾ। ਸਾਰੇ ਕੀਨੀਆ ਤੇ ਵਿਸ਼ੇਸ਼ ਕਰਕੇ ਨੈਰੋਬੀ ਸ਼ਹਿਰ ਦੀ ਵੱਡੇ ਪੱਧਰ ਤੇ ਉਸਾਰੀ ਕਰਨ ਵਾਲੇ ਪੰਜਾਬੀ ਅੱਜ ਆਪਣਾ ਸਥਾਨ ਗੁਆ ਚੁੱਕੇ ਹਨ। ਇਹ ਠੀਕ ਹੈ ਕਿ 1963 'ਚ ਮੁਲਕ ਆਜ਼ਾਦ ਹੋਣ ਪਿੱਛੋਂ ਜਿਵੇਂ ਮੱਖਣ ਸਿੰਘ ਨੂੰ ਉਸਦਾ ਹੱਕ ਨਵੀਂ ਰਾਜਨੀਤੀ 'ਚ ਨਹੀਂ ਮਿਲਿਆ ਅਤੇ ਜਿਵੇਂ 1972 ਵਿੱਚ ਈਦੀ ਅਮੀਨ ਨੇ ਯੁਗੰਡਾ ਵਿੱਚੋਂ ਹਿੰਦੁਸਤਾਨੀਆਂ ਤੇ ਪੰਜਾਬੀਆਂ ਨੂੰ ਦਰਬਦਰ ਕੀਤਾ, ਉਸ ਨਾਲ ਸਾਰੇ ਪੰਜਾਬੀਆਂ ਦਾ ਮਨੋਬਲ ਡਿੱਗਿਆ ਅਤੇ ਉਹਨਾਂ ਨੇ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੱਲ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹ ਵੀ ਸੱਚ ਹੈ ਕਿ ਪੰਜਾਬੀਆਂ ਨੇ ਕੀਨੀਆ 'ਚ ਰਹਿੰਦੇ ਆਗਾ ਖਾਂ ਦੇ ਅਨੁਯਾਈਆਂ ਪਾਸੋਂ ਕੁਝ ਨਹੀਂ ਸਿੱਖਿਆ। ਆਗਾ ਖਾਂ ਦੇ ਪੈਰੋਕਾਰ ਇੰਨੇ ਸੰਗਠਿਤ ਹਨ ਕਿ ਉਹਨਾਂ ਦੇ ਸਕੂਲ ਅਤੇ ਹਸਪਤਾਲ ਸ਼ਹਿਰ ਦਾ ਗਹਿਣਾ ਹਨ। ਪੰਜਾਬੀਆਂ ਨੇ ਜਿਹੜੇ 2 ਖਾਲਸਾ ਸਕੂਲ ਖੋਲ੍ਹੇ ਸਨ, ਉਹਨਾਂ ਵਿੱਚ ਅੱਜ ਪੰਜਾਬੀ ਤੇ ਕੋਈ ਭਾਰਤੀ ਵੀ ਪੜ੍ਹਨ ਨਹੀਂ ਜਾਂਦਾ। ਮੱਖਣ ਸਿੰਘ ਨੇ ਪੂਰਬੀ ਅਫਰੀਕਾ 'ਚ ਵੱਖ-ਵੱਖ ਲੋਕਾਂ ਨੂੰ ਉਸੇ ਤਰ੍ਹਾਂ ਇਕੱਠਾ ਕੀਤਾ ਸੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਕਾਵਿ ਫੁੱਲਾਂ ਦਾ ਗੁਲਦਸਤਾ ਸਜਾਇਆ ਸੀ। ਪਰ ਅੱਜ ਮੱਖਣ ਸਿੰਘ ਦਾ ਨਾਂ ਕੀਨੀਆ ਵੀ ਲਗਭਗ ਭੁੱਲ ਚੁੱਕਾ ਹੈ। ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਸਮੁਦਾਇ ਦੇ ਲੋਕਾਂ ਨੇ ਕੀਨੀਆ 'ਚ ਇਤਿਹਾਸ ਸਿਰਜਿਆ, ਅੱਜ ਉੱਥੋਂ ਦੇ ਇਤਿਹਾਸ ਤੋਂ ਬਾਹਰ ਹੋ ਜਾਣ ਦੇ ਕੰਢੇ ਖੜੇ ਹਨ। ਰੇਡੀਓ ਨਾਟਕਕਾਰ ਅਤੇ ਕਵੀ ਜਗਜੀਤ ਸਿੰਘ ਨੇ ਈਦੀ ਅਮੀਨ ਦੇ ਹੁਕਮਾਂ ਬਾਅਦ ਜੋ ਅੰਗਰੇਜ਼ੀ ਕਵਿਤਾ ਲਿਖੀ ਸੀ, ਉਸ ਦਾ ਇੱਕ ਅੰਸ਼ ਪੂਰਬੀ ਅਫਰੀਕਾ ਦੇ ਪੰਜਾਬੀਆਂ ਦੀ ਸਮੁੱਚੀ ਸਥਿਤੀ ਉੱਤੇ ਬਹੁਤ ਢੁਕਦਾ ਅਤੇ ਮੈਂ ਇਹ ਕਹਿ ਕੇ ਆਪਣਾ ਸਥਾਨ ਗ੍ਰਹਿਣ ਕਰਦਾ। ਫੇਅਰਵੈਲ ਮਾਈ ਡੀਅਰ beloved illusion, for I too would have liked to think only the toes of Africa were affected, but the cancer of colour has gathered fresh victims now, and soon we would be flying unwelcome vultures all over the world only to unsheath fresh wrath each time we land. Thank you.